ਹੈਲੋ एवरीवन ਵੈਲਕਮ टू CBC ਅਕੈਡਮੀ ਵੋਰ। ਮੈਂ ਅਰੁਣ ਤਨੇਜਾ ਅਤੇ ਅੱਜ ਆਪਾਂ ਕੰਟੀਨਿਊ ਕਰਾਂਗੇ ਆਪਾਂ ਹਿਸਟਰੀ ਦਾ ਲੈਕਚਰ, ਜਿਹਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਟੌਪ 500 ਕੁਐਸਚਨ ਆਫ ਹਿਸਟਰੀ, ਜਿਹਦੇ ਵਿੱਚ ਇਨਕਲੂਡ ਕੀਤੀ ਜਾਊਗੀ ਮਾਡਰਨ ਹਿਸਟਰੀ। ਅਤੇ ਆਪਣੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕੀਤੀ ਜਾਊਗੀ ਉਹ ਮਾਡਰਨ ਹਿਸਟਰੀ ਦੀ ਗੱਲ ਕੀਤੀ ਜਾਊਗੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਪੜ੍ਹਾਂਗੇ ਆਪਣੀ ਮਿਡਵੈਲ ਹਿਸਟਰੀ, ਫਿਰ ਉਸ ਤੋਂ ਬਾਅਦ ਆਪਾਂ ਐਂਸ਼ੀਅੰਟ 'ਤੇ ਜਾਵਾਂਗੇ। ਸਭ ਤੋਂ ਪਹਿਲਾਂ ਆਪਾਂ ਮਾਡਰਨ ਦੀ ਗੱਲ ਕਰਾਂਗੇ, ਠੀਕ ਹੈ ਜੀ। ਅਤੇ ਮੈਂ ਤੁਹਾਨੂੰ ਉਮੀਦ ਕਰ ਸਕਦਾ ਵੀ ਜਿੰਨੇ ਵੀ ਆਪਾਂ ਕੁਐਸਚਨ ਕਰਾਵਾਂਗੇ ਬਹੁਤ ਹੀ ਰੈਲੇਵੈਂਟ ਹੋਣਗੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜਿਵੇਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਵੀ ਜਿੰਨੇ ਵੀ ਆਪਾਂ ਕੁਐਸਚਨ ਕਰਾਂਗੇ ਉਹ ਸਾਰੇ ਦੇ ਸਾਰੇ ਜਿਹੜੇ ਪ੍ਰੀਵੀਅਸ ਈਅਰ ਪੇਪਰ ਹੈਗੇ ਆਪਣੇ UPSC ਦੇ, UP PCS ਦੇ, ਬਿਹਾਰ PCS ਦੇ, ਅਤੇ ਆਪਣਾ ਜਿਹੜਾ PPSC ਹੈਗਾ ਲਗਭਗ ਉੱਥੋਂ ਹੀ ਕੁਐਸਚਨ ਪਿਕ ਕਰਦਾ। ਸੋ ਆਪਾਂ ਬਿਲਕੁਲ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਦੇ ਹਿਸਾਬ ਨਾਲ ਚੱਲਾਂਗੇ। ਸੋ ਆਪਣਾ ਪਹਿਲਾ ਕੁਐਸਚਨ ਹੈਗਾ ਅੱਜ ਦਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਫ ਦਾ ਬੈਟਲਸ ਫੋਰਟ ਇਨ ਦਾ ਇੰਡੀਆ ਇਨ ਦਾ 18th ਸੈਂਚੁਰੀ। ਸੋ 18 ਸੈਂਚੁਰੀ ਦੇ ਵਿੱਚ ਜਿਹੜੀਆਂ ਬੈਟਲਸ ਫੋਰਟ ਕੀਤੀਆਂ ਗਈਆਂ ਸੀਗੀਆਂ ਉਹਨਾਂ ਦਾ ਆਪਣੇ ਕੋਲੋਂ ਕ੍ਰੋਨੋਲੋਜੀਕਲ ਆਰਡਰ ਪੁੱਛਿਆ ਗਿਆ। ਜਿਵੇਂ ਜਿਹੜਾ ਮਤਲਬ ਇਹਦਾ ਸਭ ਤੋਂ ਜਿਹੜੀ ਪਹਿਲਾ ਬੈਟਲ ਹੋਈ ਸੀਗੀ 1749 ਦੇ ਵਿੱਚ, ਉਹ ਹੋਈ ਸੀਗੀ ਬੈਟਲ ਆਫ ਅੰਬੂਰ, ਠੀਕ ਹੈ। ਉਸ ਤੋਂ ਬਾਅਦ ਹੋਈ ਸੀਗੀ ਬੈਟਲ ਆਫ ਪਲਾਸੀ 1757 ਦੇ ਵਿੱਚ। ਉਸ ਤੋਂ ਬਾਅਦ ਹੋਈ ਸੀਗੀ ਬੈਟਲ ਆਫ ਵਾਂਡੀਵਾਸ਼, ਜਿਹੜੀ ਕਿ ਹੋਈ ਸੀ 1861 ਦੇ ਵਿੱਚ, 1761 ਦੇ ਵਿੱਚ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਹੋਈ ਸੀਗੀ ਬੈਟਲ ਆਫ ਬਕਸਰ 1764 ਦੇ ਵਿੱਚ। ਬੈਟਲ ਆਫ ਅੰਬੂਰ ਕਦੋਂ ਹੋਈ ਸੀ? 1749 ਦੇ ਵਿੱਚ। ਫਿਰ ਹੋਈ ਬੈਟਲ ਆਫ ਪਲਾਸੀ 1757 ਦੇ ਵਿੱਚ। ਉਸ ਤੋਂ ਬਾਅਦ ਬੈਟਲ ਆਫ ਵਾਂਡੀਵਾਸ਼ ਹੋਈ 1761 ਦੇ ਵਿੱਚ। ਬੈਟਲ ਆਫ ਬਕਸਰ ਹੋਈ 1764 ਦੇ ਵਿੱਚ, ਠੀਕ ਹੈ। ਸੋ ਇਹ ਸਾਰੀਆਂ ਯਾਦ ਰੱਖਣਾ, ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਆਪਾਂ ਯਾਦ ਰੱਖਣਾ। ਸੋ ਜਿਹੜੀ ਬੈਟਲ ਆਫ ਵਾਂਡੀਵਾਸ਼ ਹੋਈ ਸੀਗੀ ਕਿਹਨਾਂ ਦੇ ਵਿੱਚ ਹੋਈ ਸੀਗੀ? ਪਹਿਲੀ ਗੱਲ ਤਾਂ ਇਹੀ ਹੋ ਜਾਂਦੀ ਹੈ, ਸੌਰੀ, ਜਿਹੜੀ ਬੈਟਲ ਆਫ ਵਾਂਡੀਵਾਸ਼ ਹੋਈ 1760 ਦੇ ਵਿੱਚ ਹੋਈ ਸੀ, ਨਾ ਸੀ 1761 ਦੇ ਵਿੱਚ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਜਿਹੜੀ ਬੈਟਲ ਆਫ ਵਾਂਡੀਵਾਸ਼ ਹੋਈ ਸੀਗੀ ਕਿਹੜੀਆਂ ਦੋ ਫੋਰਸਿਸ ਦੇ ਵਿਚਕਾਰ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਜਿਹੜੀ ਬੈਟਲ ਆਫ ਵਾਂਡੀਵਾਸ਼ ਹੋਈ ਸੀਗੀ ਬ੍ਰਿਟਿਸ਼ ਅਤੇ ਫਰੈਂਚ ਫੋਰਸਿਸ ਦੇ ਵਿਚਕਾਰ ਹੋਈ ਸੀਗੀ, ਜਾਂ ਕਹਿ ਸਕਦੇ ਹਾਂ ਵੀ ਥਰਡ ਕਰਨੈਟਿਕ ਵੋਰ ਦਾ ਜਿਹੜਾ ਰਿਜ਼ਲਟ ਸੀਗਾ ਉਹ ਬੈਟਲ ਆਫ ਵਾਂਡੀਵਾਸ਼ ਦੇ ਵਿੱਚ ਆਇਆ। ਸਭ ਤੋਂ ਮੋਸਟ ਇੰਪੋਰਟੈਂਟ ਬੈਟਲ ਸੀਗੀ ਬੈਟਲ ਆਫ ਵਾਂਡੀਵਾਸ਼, ਠੀਕ ਹੈ। ਬੈਟਲ ਆਫ ਵਾਂਡੀਵਾਸ਼ ਤੋਂ ਬਾਅਦ ਜਿਹੜੀ ਬ੍ਰਿਟਿਸ਼ ਦੀ ਜਿਹੜੀ ਪਾਵਰ ਸੀਗੀ ਉਹ ਕੰਸੋਲੀਡੇਟ ਹੋ ਗਈ ਸੀਗੀ ਪੂਰੇ ਇੰਡੀਆ ਦੇ ਵਿੱਚ, ਠੀਕ ਹੈ ਜੀ। ਅਤੇ ਤਿੰਨ ਜਿਹੜੀਆਂ ਡਿਸੈਸਿਵ ਬੈਟਲਸ ਹੈਗੀਆਂ ਜਿਨ੍ਹਾਂ ਤੋਂ ਬਾਅਦ ਜਿਹੜੀ ਬ੍ਰਿਟਿਸ਼ਰਸ ਦੀ ਪਾਵਰ ਹੈਗੀ ਹੈ ਐਕਸਟ੍ਰੀਮਲੀ ਮਤਲਬ ਉਹ ਕੰਸੋਲੀਡੇਟ ਕਰ ਗਏ ਸੀ ਇੰਡੀਆ ਦੇ ਵਿੱਚ, ਪਾਰਟੀਕੂਲਰਲੀ ਬੰਗਾਲ ਦੇ ਵਿੱਚ। ਕਿਹੜੀਆਂ ਸਭ ਤੋਂ ਮੋਸਟ ਇੰਪੋਰਟੈਂਟ ਬੈਟਲ ਹੈਗੀ? ਬੈਟਲ ਆਫ ਪਲਾਸੀ, ਬੈਟਲ ਆਫ ਵਾਂਡੀਵਾਸ਼ ਅਤੇ ਬੈਟਲ ਆਫ ਬਕਸਰ। ਉਹ ਤਿੰਨ ਬੈਟਲਸ ਨੇ ਰਿਜ਼ਲਟ ਕੀਤਾ ਬ੍ਰਿਟਿਸ਼ ਦੀ ਇਸਟੈਬਲਿਸ਼ਮੈਂਟ ਦਾ, ਠੀਕ ਹੈ। ਸੋ ਇਹਨਾਂ ਦੀ ਜਿਹੜੀ ਡੇਟਸ ਹੈਗੀਆਂ ਆਪਾਂ ਨੂੰ ਇਹ ਪਤਾ ਹੋਣੀਆਂ ਚਾਹੀਦੀਆਂ। ਅਤੇ ਬੈਟਲ ਆਫ ਜਿਹੜੀ ਵਾਂਡੀਵਾਸ਼ ਹੈਗੀ ਹੈ ਕਿਹਦਾ ਪਾਰਟ ਹੈਗੀ ਹੈ? ਕਰਨੈਟਿਕ ਵਾਰ ਦਾ ਪਾਰਟ ਹੈਗੀ। ਕਰਨੈਟਿਕ ਵਾਰ ਆਪਾਂ ਕੱਲ੍ਹ ਪੜ੍ਹ ਕੇ ਆਏ ਸੀਗੇ, ਉਹ ਕਿਹਨਾਂ ਵਿਚਕਾਰ ਹੋਈ ਸੀਗੀ? ਬ੍ਰਿਟੇਨ ਅਤੇ ਫਰੈਂਚ ਦੇ ਵਿਚਕਾਰ ਹੋਈ ਸੀਗੀ ਕਰਨੈਟਿਕ ਵਾਰਸ। ਤਿੰਨ ਕਰਨੈਟਿਕ ਵਾਰਸ ਹੋਈਆਂ ਸੀਗੀਆਂ, ਠੀਕ ਹੈ ਜੀ। ਪਹਿਲੀ ਕਰਨੈਟਿਕ ਵਾਰ ਦਾ ਕਾਰਨ ਕੀ ਸੀਗਾ? ਜਿਹੜੇ ਉੱਥੋਂ ਦੇ ਕਰਨੈਟਿਕ ਵਾਰ ਦਾ ਕਾਰਨ ਸੀਗਾ ਵੀ ਜਿਹੜਾ ਉੱਥੇ ਯੁੱਧ ਚੱਲ ਰਿਹਾ ਸੀਗਾ ਬ੍ਰਿਟੇਨ ਅਤੇ ਫਰਾਂਸ ਦਾ, ਉੱਥੇ ਆਪਣੇ ਕੰਟੀਨੈਂਟ ਦੇ ਵਿੱਚ ਯੁੱਧ ਚੱਲ ਰਿਹਾ ਸੀ, ਉਹਦਾ ਕਾਰਨ ਸੀਗਾ ਪਹਿਲੀ ਬੈਟਲ। ਸੋ ਸੈਕਿੰਡ ਬੈਟਲ ਦਾ ਕਾਰਨ ਕੀ ਸੀਗਾ? ਸਕਸੈਸ਼ਨ 'ਤੇ ਡਿਸਪਿਊਟ ਚੱਲ ਰਿਹਾ ਸੀਗਾ, ਉਹਦੇ ਕਾਰਨ ਹੋਈ ਸੀਗੀ ਸੈਕਿੰਡ ਬੈਟਲ। ਥਰਡ ਬੈਟਲ ਦਾ ਵੀ ਕਾਰਨ ਉਹੀ ਸੀਗਾ ਵੀ ਉੱਥੇ ਕੰਟੀਨੈਂਟ ਦੇ ਵਿੱਚ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਸੀਗਾ, ਠੀਕ ਹੈ ਜੀ। ਥਰਡ ਬੈਟਲ ਆਫ ਜਿਹੜੀ ਹੈਗੀ ਸੀ ਕਰਨੈਟਿਕ ਵਾਰ ਹੈਗੀ, ਥਰਡ ਕਰਨੈਟਿਕ ਵਾਰ ਹੈਗੀ ਸੀਗੀ, ਉਹਦੇ ਵਿੱਚ ਫਰੈਂਚ ਬਹੁਤ ਹੀ ਬੁਰੀ ਤਰ੍ਹਾਂ ਹਾਰ ਗਏ ਸੀਗੇ। ਲਗਭਗ ਉਹਨਾਂ ਨੂੰ ਬ੍ਰਿਟੇਨ ਨੇ ਲਗਭਗ ਫਰੈਂਚ ਨੂੰ ਖਦੇੜਤਾ ਸੀਗਾ ਇੰਡੀਆ ਦੇ ਵਿੱਚੋਂ, ਠੀਕ ਹੈ ਜੀ। ਜਿਹੜੀ ਲਾਸਟ ਬੈਟਲ ਹੋਈ ਸੀਗੀ ਥਰਡ ਕਰਨੈਟਿਕ ਵਾਰ ਦੀ, ਉਹ ਹੋਈ ਸੀਗੀ ਬੈਟਲ ਆਫ ਵਾਂਡੀਵਾਸ਼। ਉਹ ਹੋਈ ਸੀ 1760 ਈਸਵੀ ਦੇ ਵਿੱਚ, ਜਿਹਦੇ ਵਿੱਚ ਬ੍ਰਿਟਿਸ਼ ਨੇ ਡਿਫੀਟ ਕਰਤਾ ਸੀਗਾ ਫਰੈਂਚ ਨੂੰ, ਮਤਲਬ ਬਹੁਤ ਹੀ ਬੁਰੀ ਤਰ੍ਹਾਂ ਹਰਾਇਆ ਸੀਗਾ ਬ੍ਰਿਟੇਨ ਨੇ ਫਰੈਂਚ ਨੂੰ, ਠੀਕ ਹੈ ਜੀ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਪੜ੍ਹਦੇ ਹਾਂ ਹੋਰ ਕੀ ਰੈਲੇਵੈਂਟ ਹੈਗਾ ਆਪਣੇ ਲਈ। ਸੋ ਨੈਕਸਟ ਹੈਗਾ ਹੂ ਇਮਰਜ ਦਾ ਵਿਕਟੋਰੀਅਸ ਇਨ ਦਾ ਫਸਟ ਐਂਗਲੋ ਮੈਸੂਰ ਵਾਰ। ਸੋ ਫਸਟ ਐਂਗਲੋ ਮੈਸੂਰ ਦੇ ਵਾਰ ਦੇ ਵਿੱਚ ਕੌਣ ਜਿੱਤਿਆ ਸੀਗਾ? ਹੈਦਰ ਅਲੀ ਜਿੱਤਿਆ ਸੀਗਾ। ਅਤੇ ਹੈਦਰ ਅਲੀ ਮਤਲਬ ਐਂਗਲੋ ਮੈਸੂਰ ਵਾਰ ਦਾ ਮਤਲਬ ਕੀ ਹੋਇਆ? ਬ੍ਰਿਟੇਨ ਅਤੇ ਹੈਦਰ ਅਲੀ ਦੇ ਵਿਚਕਾਰ ਜੰਗ ਹੋਈ ਸੀ, ਜਿਹਦੇ ਵਿੱਚ ਹੈਦਰ ਅਲੀ ਜਿੱਤਿਆ ਸੀਗਾ, ਠੀਕ ਹੈ ਜੀ। ਅਤੇ ਸੈਕਿੰਡ ਜਿਹੜੀ ਮੈਸੂਰ ਵਾਰ ਹੋਈ ਸੀਗੀ ਉਹ ਵੀ ਬਹੁਤ ਹੀ ਇੰਪੋਰਟੈਂਟ ਹੈਗੀ, ਆਪਾਂ ਪੜ੍ਹਾਂਗੇ ਅੱਗੇ ਜਾ ਕੇ। ਟੀਪੂ ਸੁਲਤਾਨ ਸੈਟਅਪ ਹਿਜ਼ ਕੈਪੀਟਲ ਐਟ, ਟੀਪੂ ਸੁਲਤਾਨ ਨੇ ਜਿਹੜੀ ਆਪਣੀ ਕੈਪੀਟਲ ਹੈਗੀ ਹੈ ਉਹ ਕਿੱਥੇ ਸੈਟਅਪ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਸਰਿੰਗੀਪਟਨਮ। ਜਿਹੜੀ ਫਸਟ ਐਂਗਲੋ ਮੈਸੂਰ ਵਾਰ ਹੋਈ ਸੀਗੀ ਉਹ ਹੋਈ ਸੀਗੀ ਲੋਰਡ ਵਾਰਨ ਹੈਸਟਿੰਗ ਦੇ ਦੌਰਾਨ। ਇਹਨੂੰ ਵੀ ਤੁਸੀਂ ਯਾਦ ਕਰ ਸਕਦੇ ਹੋ। ਅਤੇ ਆਪਾਂ ਹੁਣ ਅੱਗੇ ਮੂਵ ਕਰਦੇ ਹਾਂ ਆਪਣੇ ਨੈਕਸਟ ਕੁਐਸਚਨ 'ਤੇ। ਐਟ ਦ ਟਾਈਮ ਆਫ ਦਾ ਐਸਟੈਬਲਿਸ਼ਮੈਂਟ ਆਫ ਦਾ ਅਸੈਟਿਕ ਸੁਸਾਇਟੀ ਇਨ ਦਾ ਕੈਲਕੱਟਾ ਹੂ ਵਾਜ਼ ਦਾ ਗਵਰਨਰ ਜਨਰਲ ਆਫ ਬੰਗਾਲ। ਹੁਣ ਜਿਵੇਂ ਆਪਾਂ ਕੱਲ੍ਹ ਪੜ੍ਹਿਆ ਸੀ ਕਿ ਬਈ ਜਿਹੜੀ ਅਸੈਟਿਕ ਸੁਸਾਇਟੀ ਹੈਗੀ ਕਿਹਨੇ ਫਾਰਮ ਕੀਤੀ ਸੀਗੀ? ਸਰ ਵਿਲੀਅਮ ਜੋਨਸ ਨੇ ਕੀਤੀ ਸੀ 1784 ਦੇ ਵਿੱਚ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਜਦੋਂ ਆਪਾਂ ਲਾਸਟ ਲੈਕਚਰ ਅਗਰ ਤੁਸੀਂ ਜਾ ਕੇ ਵੇਖੋਗੇ ਤਾਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਵੀ ਜਿਹੜੇ ਅਸੋਸਾਇਟਿਕ ਸੁਸਾਇਟੀ ਸੀਗਾ
ਉਹਦੇ ਦੌਰਾਨ ਗਵਰਨਰ ਜਨਰਲ ਕਿਹੜੇ ਸੀ ਆਪਣੇ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਵਾਰਨ ਹੈਸਟਿੰਗ ਆਪਣੇ ਗਵਰਨਰ ਜਨਰਲ ਸੀਗੇ ਜਦੋਂ ਅਸੈਟਿਕ ਸੁਸਾਇਟੀ ਫਾਰਮ ਕੀਤੀ ਗਈ ਸੀ ਜਾਂ ਫਾਊਂਡ ਕੀਤੀ ਗਈ ਸੀਗੀ। ਰਿੰਗ ਫੈਂਸ ਪਾਲਿਸੀ ਇਜ਼ ਐਸੋਸੀਏਟਿਡ ਵਿਦ। ਰਿੰਗ ਫੈਂਸ ਪਾਲਿਸੀ ਵਨ ਆਫ ਦਾ ਬ੍ਰਿਟਿਸ਼ ਸਟ੍ਰੈਟਜੀ ਸੀਗੀ ਇੰਡੀਆ 'ਤੇ ਆਪਣਾ ਕਬਜ਼ਾ ਕਰਨ ਦੀ। ਉਹ ਕਿਹਦੇ ਨਾਲ ਰਿਲੇਟਿਡ ਹੈਗੀ ਹੈ? ਤਾਂ ਆਪਣਾ ਆਨਸਰ ਆ ਜਾਊਗਾ ਵਾਰਨ ਹੈਸਟਿੰਗ ਦੇ ਨਾਲ ਰਿਲੇਟਿਡ ਹੈਗੀ ਹੈ ਰਿੰਗ ਫੈਂਸ ਪਾਲਿਸੀ। ਜੇ ਆਪਾਂ ਨੂੰ ਪੁੱਛ ਲਿਆ ਜਾਵੇ ਸਬਸਿਡਰੀ ਅਲਾਇੰਸ ਦੀ ਪਾਲਿਸੀ ਕਿਹਦੇ ਨਾਲ ਰਿਲੇਟਿਡ ਹੈਗੀ ਹੈ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਵੈਸਲੇ। ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਬਾਕੀ ਜਦੋਂ ਤੁਸੀਂ ਸਾਰੇ ਡਿਟੇਲ ਦੇ ਵਿੱਚ ਲੈਕਚਰ ਲਗਾਓਗੇ ਹਿਸਟਰੀ ਦੇ, ਤੁਸੀਂ ਇੱਕਦਮ ਸਮਝ ਜਾਓਗੇ ਵੀ ਹਿਸਟਰੀ ਆਪਾਂ ਮਤਲਬ ਇੱਕ ਅਲੱਗ ਢੰਗ ਦੇ ਨਾਲ ਕਰਵਾਈ ਹੋਈ ਹੈ ਤੁਹਾਨੂੰ ਹਿਸਟਰੀ। ਠੀਕ ਹੈ ਜੀ। ਤੁਸੀਂ ਸਾਡੇ ਪੇਡ ਕੋਰਸਿਸ ਜੁਆਇਨ ਕਰ ਸਕਦੇ ਹੋ CBSE ਐਗਜ਼ਾਮ ਗੁਰੂ ਐਪ 'ਤੇ, ਅਤੇ ਉੱਥੇ ਬਹੁਤ ਸਾਰੇ ਹੋਰ ਵੀ ਡਿਵਰਸ ਕੋਰਸਿਸ ਹੈਗੇ ਆ, ਜਿਵੇਂ ਕਿ ਤੁਹਾਨੂੰ ਪਟਵਾਰੀ ਦਾ ਜਿਹੜਾ ਮੋਸਟ ਵਾਇਰਲ ਜਿਹੜਾ ਸਾਡਾ ਕੋਰਸ ਹੈਗਾ ਉੱਥੇ ਵੇਖਣ ਨੂੰ ਮਿਲ ਸਕਦਾ। ਤੁਹਾਨੂੰ ਨਾਇਬ ਤਹਿਸੀਲਦਾਰ ਦਾ ਕੋਰਸ ਮਿਲ ਸਕਦਾ ਉੱਥੇ, ਪੰਜਾਬ PCS ਦੇ ਕੋਰਸ ਮਿਲ ਸਕਦੇ ਆ, ਪ੍ਰੀਵੀਅਸ ਈਅਰ ਪੇਪਰਸ ਮਿਲ ਸਕਦੇ ਆ, ਮੰਥਲੀ ਕਰੰਟ ਅਫੇਅਰਸ ਤੁਹਾਨੂੰ ਉੱਥੇ ਮਿਲ ਸਕਦੇ ਆ। ਸੋ ਉੱਥੇ ਜਾ ਕੇ ਜ਼ਰੂਰ ਵੇਖੋ, ਤੁਸੀਂ ਐਪ ਨੂੰ ਡਾਊਨਲੋਡ ਕਰੋ, ਤੁਹਾਨੂੰ ਬਹੁਤ ਹੀ ਬੈਨੀਫਿਟਸ ਮਿਲਣਗੇ। ਜਿਹੜੇ ਜੋਬਸ ਦੇ ਰੈਗੂਲਰ ਅਪਡੇਟਸ ਹੁੰਦੇ ਆ ਉਹ ਵੀ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਪ੍ਰੋਸੀਕਿਊਟਿਡ ਇੰਪੀਚਮੈਂਟ ਬਾਏ ਦਾ ਬ੍ਰਿਟਿਸ਼ ਪਾਰਲੀਮੈਂਟ। ਸੋ ਕਿਹੜਾ ਇਹ ਜਿਹਾ ਗਵਰਨਰ ਜਨਰਲ ਸੀਗਾ ਜਿਹਦੀ ਇੰਪੀਚਮੈਂਟ ਹੋਈ ਸੀਗੀ, ਮਤਲਬ ਕਿ ਗੌਰਮੈਂਟ ਦੁਆਰਾ ਧੱਕੇ ਨਾਲ ਹਟਾਇਆ ਗਿਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਵਾਰਨ ਹੈਸਟਿੰਗ ਨੂੰ ਗੌਰਮੈਂਟ ਨੇ ਧੱਕੇ ਨਾਲ ਹਟਾਇਆ ਸੀਗਾ। ਮਤਲਬ ਉਹਨਾਂ ਨੂੰ ਲੱਗਦਾ ਸੀਗਾ ਵੀ ਕੁਝ ਗਲਤ ਕਰ ਰਿਹਾ ਵਾਰਨ ਹੈਸਟਿੰਗ। ਠੀਕ ਹੈ ਜੀ। ਤਾਂ ਆਪਣੀ ਜਿਹੜੀ ਡਿਊਟੀਜ਼ ਹੈਗੀਆਂ ਪ੍ਰੋਪਰਲੀ ਫੁੱਲਫਿਲ ਨਹੀਂ ਕਰ ਰਿਹਾ, ਇਸ ਲਈ ਵਾਰਨ ਹੈਸਟਿੰਗ ਨੂੰ ਧੱਕੇ ਨਾਲ ਹਟਾਇਆ ਗਿਆ ਗੌਰਮੈਂਟ ਦੁਆਰਾ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੂ ਸਟੈਬਲਿਸ਼ ਦਾ ਜੁਡੀਸ਼ੀਅਲ ਆਰਗੇਨਾਈਜੇਸ਼ਨ ਇਨ ਇੰਡੀਆ। ਜਿਹੜਾ ਆਪਣਾ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਹੈਗਾ ਉਹ ਕਿਹਨੇ ਸਟਾਰਟ ਕੀਤਾ ਸੀਗਾ? ਲੋਰਡ ਕਾਰਨਵਾਲਿਸ ਨੇ ਸਟਾਰਟ ਕੀਤਾ ਸੀਗਾ। ਠੀਕ ਹੈ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਜਿਹੜੀਆਂ ਆਪਣੀਆਂ ਸਰਵਿਸਿਜ਼ ਸੀਗੀਆਂ ਇਹ ਵੀ ਕਾਰਨਵਾਲਿਸ ਨੇ ਸਟਾਰਟ ਕੀਤੀਆਂ ਸੀਗੀਆਂ। ਠੀਕ ਹੈ ਜੀ। ਤੋ ਲੋਰਡ ਕਾਰਨਵਾਲਿਸ ਨੂੰ ਫਾਦਰ ਆਫ ਜੁਡੀਸ਼ੀਅਲ ਸਿਸਟਮ ਵੀ ਕਿਹਾ ਜਾਂਦਾ ਹੁੰਦਾ। ਅਤੇ ਹੁਣ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੋਰ ਆਪਣਾ ਨੈਕਸਟ ਕੁਐਸਚਨ ਕਿਹੜਾ ਹੈਗਾ? ਸੋ ਨੈਕਸਟ ਹੈਗਾ ਹੂ ਅਮੰਗ ਦਾ ਫੋਲੋਇੰਗ ਗਵਰਨਰ ਜਨਰਲ ਕ੍ਰੀਏਟਿਡ ਦਾ ਗੌਰਮੈਂਟ ਕੋਵੈਨੈਂਟਡ ਸਿਵਲ ਸਰਵਿਸਿਜ਼ ਆਫ ਇੰਡੀਆ ਵਿਚ ਲੇਟਰ ਕੇਮ ਟੂ ਬੀ ਨੋਨ ਐਜ਼ ਦਾ ਇੰਡੀਅਨ ਸਿਵਲ ਸਰਵਿਸਿਜ਼। ਜਿਵੇਂ ਆਪਾਂ ਆਲਰੇਡੀ ਵੀ ਦੱਸ ਰਹੇ ਸੀਗੇ ਵੀ ਜਿਹੜੀਆਂ ਆਪਣੀ ਇੰਡੀਅਨ ਸਿਵਲ ਸਰਵਿਸਿਜ਼ ਹੈਗੀਆਂ ਉਹ ਕਿਹਦੇ ਦੁਆਰਾ ਫਰੇਮ ਕੀਤੀਆਂ ਗਈਆਂ ਜਾਂ ਕਿਹਦੇ ਦੁਆਰਾ ਬਣਾਈਆਂ ਗਈਆਂ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਕਾਰਨਵਾਲਿਸ ਦੁਆਰਾ। ਠੀਕ ਹੈ ਜੀ। ਸੋ ਆਪਾਂ ਆਲਰੇਡੀ ਵੀ ਕਰ ਚੁੱਕੇ ਹਾਂ ਚੀਜ਼ਾਂ। ਠੀਕ ਹੈ ਜੀ। ਅਤੇ ਜੁਡੀਸ਼ੀਅਲ ਸਿਸਟਮ ਦਾ ਜਿਹੜਾ ਮਤਲਬ ਮੇਨ ਕਰਤਾ ਕਿਹਾ ਜਾ ਸਕਦਾ ਉਹ ਵੀ ਲੋਰਡ ਕਾਰਨਵਾਲਿਸ ਨੂੰ ਕਿਹਾ ਜਾਂਦਾ ਹੁੰਦਾ। ਠੀਕ ਹੈ। ਬਿਟਵੀਨ ਹੂਮ ਵਾਜ਼ ਦਾ ਟ੍ਰੀਟੀ ਆਫ ਬੇਸਿਨ ਸਾਈਨਡ ਇਨ 1802। ਸੋ ਇੰਗਲਿਸ਼ ਅਤੇ ਬਾਜੀਰਾਓ 2 ਦੇ ਵਿੱਚ ਹੋਈ ਸੀਗੀ ਟ੍ਰੀਟੀ ਆਫ ਬੇਸਿਨ। ਠੀਕ ਹੈ। ਸੋ ਇਹਨਾਂ ਨੂੰ ਯਾਦ ਰੱਖਣਾ। ਸੋ 3 ਐਂਗਲੋ ਮਰਾਠਾ ਵਾਰਸ ਹੋਈਆਂ ਸੀਗੀਆਂ। ਜਿਹੜੇ ਬਾਜੀਰਾਓ 2 ਸੀਗੇ ਉਹ ਮਰਾਠਾ ਤੋਂ ਬਿਲੋਂਗ ਕਰਦੇ ਸੀਗੇ। ਸੋ ਜਿਹੜੀ ਟ੍ਰੀਟੀ ਆਫ ਬੇਸਿਨ ਹੋਈ ਸੀਗੀ ਉਹ ਐਂਗਲੋ ਮਰਾਠਾ ਸੈਕਿੰਡ ਵਾਰ ਤੋਂ ਬਾਅਦ ਹੋਈ ਸੀ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਜਿੰਨਾ ਕੁ ਆਪਾਂ ਕੁਐਸਚਨ ਕਰ ਰਹੇ ਹਾਂ ਉਹਨੇ 'ਚੋਂ ਹੀ ਆਪਾਂ ਨੂੰ ਕੁਐਸਚਨ ਬਣ ਜਾਣੇ ਆ ਉੱਥੇ ਜਾ ਕੇ। ਅਗਰ ਇਸ ਟੌਪਿਕ 'ਚੋਂ ਕੋਈ ਕੁਐਸਚਨ ਆਊਗਾ ਤਾਂ ਇੱਦਾਂ ਦਾ ਹੀ ਆਊਗਾ। ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਕੋਈ ਐਕਸਟਰਾ ਤੁਹਾਨੂੰ ਮਤਲਬ ਐਕਸਟਰਾ ਐਫਰਟ ਤੁਹਾਨੂੰ ਥਿਓਰੀ ਕਰਨੀ ਪਊਗੀ। ਠੀਕ ਹੈ ਜੀ। ਬਾਕੀ ਤੁਸੀਂ ਕੁਐਸਚਨ ਪ੍ਰੈਕਟਿਸ ਦੀ ਹੋਰ ਕੋਸ਼ਿਸ਼ ਨਾ ਕਰਿਓ, ਤੁਹਾਨੂੰ ਇਹਨਾਂ 'ਚੋਂ ਹੀ ਬਣ ਜਾਣੇ ਆ। ਠੀਕ ਹੈ ਜੀ। ਅਤੇ ਤੁਸੀਂ ਇੱਦਾਂ ਕਰ ਸਕਦੇ ਹੋ ਵੀ ਜਦੋਂ ਵੀ ਮੈਂ ਲੈਕਚਰ ਲੈਣਾ ਤੁਸੀਂ ਇੱਕ ਕਾਪੀ ਪੈਨ ਲੈ ਕੇ ਦੇਖ ਸਕਦੇ ਹੋ, ਆਪਣੇ ਵੱਲੋਂ ਆਨਸਰ ਦੇ ਸਕਦੇ ਹੋ ਆਪਦੇ ਆਪ ਨੂੰ ਅਤੇ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਆਨਸਰ ਦਿੱਤੇ ਵੀ ਹੋਏ ਆ ਥੱਲੇ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਜਿੱਥੇ ਮੈਨੂੰ ਲੱਗੂਗਾ ਵੀ ਹਾਂ ਤੁਹਾਨੂੰ ਥੋੜ੍ਹੀ ਜਿਹੀ ਮਤਲਬ ਉਹਦਾ ਡਿਟੇਲ ਦੇਣੀ ਚਾਹੀਦੀ ਉੱਥੇ ਆਪਾਂ ਜ਼ਰੂਰ ਦੇਵਾਂਗੇ। ਬਾਕੀ ਜਿੱਥੇ ਲੋੜ ਨਹੀਂ ਹੈਗੀ ਉੱਥੇ ਆਪਾਂ ਸਕਿਪ ਕਰਾਂਗੇ ਡਿਟੇਲਸ ਨੂੰ। ਫਸਟ ਮਰਾਠਾ ਸਰਦਾਰ ਟੂ ਅਸੈਪਟ ਦਾ ਸਬਸਿਡਰੀ ਅਲਾਇੰਸ ਆਫ ਦਾ ਲੋਰਡ ਵੈਸਲੇ ਵਾਸ। ਤੁਹਾਨੂੰ ਪਤਾ ਹੈ ਵੀ ਜਿਹੜਾ ਸਬਸਿਡਰੀ ਅਲਾਇੰਸ ਦਾ ਸਿਸਟਮ ਸੀਗਾ ਉਹ ਲੋਰਡ ਵੈਸਲੇ ਦੁਆਰਾ ਸਟਾਰਟ ਕੀਤਾ ਗਿਆ ਸੀ। ਸਬਸਿਡਰੀ ਅਲਾਇੰਸ ਦਾ ਮਤਲਬ ਕੀ ਹੁੰਦਾ ਸੀਗਾ ਵੀ ਜਿਹੜੇ ਥੱਲੇ ਰਾਜੇ ਹੁੰਦੇ ਸੀਗੇ ਉਹਨਾਂ ਨੂੰ ਕਹਿੰਦੇ ਸੀ ਵੀ ਹਾਂ ਤੁਸੀਂ ਗੌਰਮੈਂਟ ਦੇ ਅਧੀਨ ਹੋ ਜਾਓ। ਠੀਕ ਹੈ। ਅਤੇ ਜਿਹੜੀ ਸਾਡੀ ਗੌਰਮੈਂਟ ਹੈਗੀ ਹੈ ਬ੍ਰਿਟਿਸ਼ ਗੌਰਮੈਂਟ ਹੈਗੀ ਹੈ ਉਹ ਤੁਹਾਨੂੰ ਸਾਰੀ ਦੀ ਸਾਰੀ ਪ੍ਰੋਟੈਕਸ਼ਨ ਦੇਊਗੀ। ਤੁਸੀਂ ਉਹਦੇ ਏਵਜ ਦੇ ਵਿੱਚ ਕੀ ਹੋਣਾ, ਸਿਰਫ ਬ੍ਰਿਟਿਸ਼ ਗੌਰਮੈਂਟ ਦੇ ਅਧੀਨ ਹੋਣਾ। ਤੁਹਾਨੂੰ ਸਾਰੀ ਪ੍ਰੋਟੈਕਸ਼ਨ ਦਿੱਤੀ ਜਾਊਗੀ। ਤੁਹਾਡੇ ਸਾਰੇ ਜਿਹੜੇ ਅਫੇਅਰਸ ਹੈਗੇ ਅਸੀਂ ਸੰਭਾਲਾਂਗੇ। ਤੁਸੀਂ ਕਿਸੇ ਹੋਰ ਫੋਰਨ ਪਾਵਰ ਦੇ ਨਾਲ ਡੀਲ ਨਹੀਂ ਕਰਨਾ, ਤੁਸੀਂ ਸਾਡੇ ਨਾਲ ਸਿਰਫ ਡੀਲ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਕਿਹਦੇ ਦੁਆਰਾ ਕੀਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਕਿਹਦੇ ਅੰਡਰ ਆਉਂਦੀਆਂ ਹੁੰਦੀਆਂ ਸੀਗੀਆਂ? ਇਹ ਸਾਰੀਆਂ ਦੀ ਸਾਰੀਆਂ ਸਬਸਿਡਰੀ ਅਲਾਇੰਸ ਸਿਸਟਮ ਦੇ ਅੰਡਰ ਆਉਂਦੀਆਂ ਸੀਗੀਆਂ। ਸਬਸਿਡੀ ਦਾ ਮਤਲਬ ਕੀ ਹੁੰਦਾ? ਥੱਲੇ ਚੀਜ਼ ਲੱਗ ਜਾਣਾ। ਠੀਕ ਹੈ ਜੀ। ਜਿਹੜੇ ਰਾਜੇ ਸੀਗੇ ਸਾਰੇ ਦੇ ਸਾਰੇ ਆਪਣੇ ਆਲਮੋਸਟ ਰਾਜੇ ਸਬਸਿਡਰੀ ਅਲਾਇੰਸ ਦੇ ਅੰਡਰ ਆ ਗਏ ਸੀਗੇ, ਜਿਹੜਾ ਸਟਾਰਟ ਕੀਤਾ ਗਿਆ ਸੀਗਾ ਲੋਰਡ ਵੈਸਲੇ ਦੁਆਰਾ। ਜੇ ਆਪਾਂ ਰਿੰਗ ਫੈਂਸ ਪੋਲਿਸੀ ਦੀ ਗੱਲ ਕਰੀਏ ਤਾਂ ਕਿਹਦੇ ਦੁਆਰਾ ਸਟਾਰਟ ਕੀਤੀ ਗਈ ਸੀ? ਤਾਂ ਆਪਣਾ ਆਨਸਰ ਆ ਜਾਊਗਾ
ਵਾਰਨ ਹੈਸਟਿੰਗ ਦੁਆਰਾ। ਠੀਕ ਹੈ ਜੀ। ਤਾਂ ਪਹਿਲਾ ਕਿਹੜਾ ਮਰਾਠਾ ਇਹੋ ਜਿਹਾ ਸੀਗਾ, ਮਰਾਠਾ ਰਾਜਾ ਇਹੋ ਜਿਹਾ ਸੀਗਾ ਜਿਹੜਾ ਸਬਸਿਡਰੀ ਅਲਾਇੰਸ ਦੇ ਅੰਡਰ ਆ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਪੇਸ਼ਵਾ ਬਾਜੀਰਾਓ ਟੂ। ਸਭ ਤੋਂ ਪਹਿਲਾਂ ਜਾ ਕੇ ਉਹ ਮਤਲਬ ਉਹਨਾਂ ਨੇ ਸਬਸਿਡਰੀ ਜਿਹੜਾ ਅਲਾਇੰਸ ਸੀਗਾ ਲੋਰਡ ਵੈਸਲੇ ਦਾ ਉਹਨਾਂ ਨੇ ਐਕਸੈਪਟ ਕਰ ਲਿਆ ਸੀਗਾ ਜਾ ਕੇ। ਤੇ ਸਬਸਿਡਰੀ ਅਲਾਇੰਸ ਵਾਜ਼ ਇੰਪਲੀਮੈਂਟ ਡਿਊਰਿੰਗ ਦਾ ਰਿਆਈਨ ਆਫ। ਜੇ ਮੈਂ ਉਹ ਤਾਂ ਚੀਜ਼ ਆਲਰੇਡੀ ਵੀ ਸਮਝਾ ਚੁੱਕਿਆ ਵੀ ਜਿਹੜਾ ਸਬਸਿਡਰੀ ਅਲਾਇੰਸ ਦਾ ਸਿਸਟਮ ਹੈਗਾ ਉਹ ਕਿਹਨੇ ਇੰਟਰੋਡਿਊਸ ਕੀਤਾ ਸੀ ਜਾਂ ਕਿਹਨੇ ਇੰਪਲੀਮੈਂਟ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਵੈਸਲੇ। ਲੋਰਡ ਵੈਸਲੇ ਨੇ ਇੰਟਰੋਡਿਊਸ ਕੀਤਾ ਸੀ, ਇੰਪਲੀਮੈਂਟ ਕੀਤਾ ਸੀ ਸਬਸਿਡਰੀ ਅਲਾਇੰਸ ਦਾ ਸਿਸਟਮ। ਠੀਕ ਹੈ, ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਸਬਸਿਡਰੀ ਅਲਾਇੰਸ ਤੋਂ ਇਹਨਾਂ ਨੂੰ ਹੋਰ ਕੀ ਕੀ ਫਾਇਦੇ ਹੁੰਦੇ ਸੀ? ਇੱਕ ਤਾਂ ਇਹਨਾਂ ਨੂੰ ਪਰਮਾਨੈਂਟ ਆਰਮੀ ਮਿਲ ਜਾਂਦੀ ਹੁੰਦੀ ਸੀਗੀ, ਇੱਕ ਜਿਹੜੇ ਉਹਨਾਂ ਦੇ ਅਧੀਨ ਹੋ ਜਾਂਦੇ ਸੀ, ਇੱਕ ਇਹਨਾਂ ਦੀ ਪਾਵਰ ਐਕਸਪੈਂਡ ਹੁੰਦੀ ਸੀਗੀ। ਠੀਕ ਹੈ, ਸਬਸਿਡਰੀ ਅਲਾਇੰਸ ਦਾ ਇਹ ਵੀ ਮਤਲਬ ਹੁੰਦਾ ਸੀ ਜਦੋਂ ਬ੍ਰਿਟੇਨ ਦੇ ਜਿਹੜੇ ਲੋਕ ਹੈਗੇ ਆ ਜਾਂ ਬ੍ਰਿਟੇਨ ਦੀ ਜਿਹੜੀ ਪਾਵਰ ਹੈ ਖਤਰੇ 'ਚ ਹੋਊਗੀ ਤਾਂ ਜਿਹੜੇ ਸਬਸਿਡਰੀ ਅਲਾਇੰਸ ਦੇ ਬੰਦੇ ਹੋਣਗੇ ਸਾਰੇ ਦੇ ਸਾਰੇ ਬ੍ਰਿਟੇਨ ਦੇ ਹੱਕ ਦੇ ਵਿੱਚ ਖੜੇ ਹੋ ਜਾਣਗੇ। ਤਾਂ ਸਭ ਤੋਂ ਪਹਿਲਾਂ ਜਿਹੜਾ ਰਾਜਾ ਸੀਗਾ ਜਿਹਨੇ ਮਰਾਠਾ ਰਾਜਾ ਸੀਗਾ ਜਿਹਨੇ ਸਬਸਿਡਰੀ ਅਲਾਇੰਸ ਦਾ ਸਿਸਟਮ ਨੂੰ ਅਸੈਪਟ ਕੀਤਾ ਸੀ ਉਹਦਾ ਆਨਸਰ ਹੈਗਾ ਪੇਸ਼ਵਾ ਬਾਜੀਰਾਓ ਟੂ। ਜੇ ਆਪਾਂ ਸਿਰਫ ਇੱਥੇ ਮਰਾਠਿਆਂ ਦੀ ਗੱਲ ਕਰ ਰਹੇ ਹਾਂ, ਜੇ ਓਵਰਆਲ ਵੇਖਿਆ ਜਾਵੇ ਜਿਹੜਾ ਫਸਟ ਰੂਲਰ ਸੀਗਾ ਜਿਹਨੇ ਸਬਸਿਡਰੀ ਅਲਾਇੰਸ ਨੂੰ ਅਸੈਪਟ ਕੀਤਾ ਸੀ ਤਾਂ ਆਪਣਾ ਆਨਸਰ ਆ ਜਾਊਗਾ ਨਿਜ਼ਾਮ ਆਫ ਹੈਦਰਾਬਾਦ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਥੋੜ੍ਹਾ ਜਿਹਾ ਡਿਸਟਿੰਕਸ਼ਨ ਹੈਗਾ ਇਸ ਚੀਜ਼ ਦੇ ਵਿੱਚ, ਥਿਨ ਲਾਈਨ ਡਿਫਰੈਂਸ ਜਿਹਾ ਹੈਗਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਵਿਚ ਵਨ ਆਫ ਦਾ ਫੋਲੋਇੰਗ ਵਾਜ਼ ਦਾ ਐਂਪਰਰ ਆਫ ਇੰਡੀਆ ਵੈਨ ਦਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਜ਼ ਫਾਰਮਡ ਇਨ ਲੰਡਨ। ਸੋ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਫਾਰਮ ਹੋਈ ਸੀ ਤਾਂ ਆਪਣੇ ਰਾਜਾ ਕੌਣ ਸੀਗਾ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ 1600 ਈਸਵੀ ਦੇ ਵਿੱਚ ਫਾਰਮਡ ਹੋਈ ਸੀਗੀ। ਠੀਕ ਹੈ ਜੀ। ਅਤੇ ਉਸ ਟਾਈਮ 'ਤੇ ਆਪਣਾ ਰਾਜਾ ਕੌਣ ਸੀਗਾ? ਉਸ ਟਾਈਮ 'ਤੇ ਆਪਣਾ ਰਾਜਾ ਅਕਬਰ ਸੀਗਾ। ਠੀਕ ਹੈ, ਸਾਰਾ ਮੁਗਲ ਸ਼ਾਸਕ ਅਕਬਰ ਸੀਗਾ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਫਾਰਮ ਹੋਈ ਸੀਗੀ। ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟਿਡ ਕੁਐਸਚਨ ਹੈਗਾ, ਬਹੁਤ ਹੀ ਵਾਇਰਲ ਕੁਐਸਚਨ ਹੈਗਾ ਹੈ। ਠੀਕ ਹੈ, ਡਿਊਰਿੰਗ ਦਾ ਟਾਈਮ ਆਫ ਵਿਚ ਮੁਗਲ ਐਂਪਰਰ ਡਿਡ ਦਾ ਈਸਟ ਇੰਡੀਆ ਕੰਪਨੀ ਇਸਟੈਬਲਿਸ਼ ਹਿਸ ਫਸਟ ਫੈਕਟਰੀ ਇਨ ਇੰਡੀਆ। ਸੋ ਜਿਹੜੀ ਉਹਨਾਂ ਨੇ ਪਹਿਲੀ ਫੈਕਟਰੀ ਇਸਟੈਬਲਿਸ਼ ਕੀਤੀ ਸੀਗੀ ਉਦੋਂ ਕੌਣ ਸੀਗਾ ਰਾਜਾ? ਤਾਂ ਆਪਣਾ ਆਨਸਰ ਆ ਜਾਊਗਾ ਜਹਾਂਗੀਰ ਸੀਗਾ ਜਦੋਂ ਉਹਨਾਂ ਨੇ ਪਹਿਲੀ ਵਾਰੀ ਇੰਡੀਆ ਦੇ ਵਿੱਚ ਆਪਣੀ ਫਸਟ ਫੈਕਟਰੀ ਇਸਟੈਬਲਿਸ਼ ਕੀਤੀ ਸੀਗੀ। ਠੀਕ ਹੈ, ਸੋ ਜਹਾਂਗੀਰ ਸੀਗਾ ਉਦੋਂ ਆਪਣਾ ਰਾਜਾ ਜਦੋਂ ਪਹਿਲੀ ਵਾਰੀ ਇਹਨਾਂ ਨੇ ਇੰਡੀਆ ਦੇ ਵਿੱਚ ਆਪਣੀ ਫਸਟ ਫੈਕਟਰੀ ਇਸਟੈਬਲਿਸ਼ ਕੀਤੀ ਸੀਗੀ। ਫਸਟ ਸੈਟਲਮੈਂਟ ਇਹਨਾਂ ਦੀ ਸੀਗੀ ਮਸੌਲੀਪਟਨਮ। ਉਸ ਤੋਂ ਬਾਅਦ ਇਹਨਾਂ ਨੇ ਸੂਰਤ ਦੇ ਵਿੱਚ ਕੀਤੀ ਸੀ ਜਹਾਂਗੀਰ ਦੀ ਪਰਮਿਸ਼ਨ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਇਹ ਮਤਲਬ ਇੰਡੀਆ ਦੇ ਵਿੱਚ ਐਕਸਪੈਂਡ ਹੁੰਦੇ ਹੀ ਗਏ। ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਵੀ ਐਜ਼ ਏ ਟ੍ਰੇਡਿੰਗ ਕੰਪਨੀ ਦੇ ਵਜੋਂ ਆਏ ਸੀਗੇ ਇੰਡੀਆ ਦੇ ਵਿੱਚ, ਨਾ ਕਿ ਇਹ ਰੂਲ ਕਰਨ ਆਏ ਸੀਗੇ। ਟ੍ਰੇਡਿੰਗ ਕੰਪਨੀ ਖੜੀ ਕਰਤੀ ਇਹਨਾਂ ਨੇ, ਸਟਰੋਂਗ ਕੰਪਨੀ ਬਣ ਗਈ। ਜਦੋਂ ਸਟਰੋਂਗ ਕੰਪਨੀ ਬਣ ਗਈ ਤਾਂ ਇਹਨਾਂ ਨੇ ਸੋਚਿਆ ਵੀ ਹੁਣ ਰਾਜਾ ਨੂੰ ਵੀ ਅਸੀਂ ਅਧੀਨ ਕਰ ਸਕਦੇ ਹਾਂ, ਇੰਨੀ ਸਟਰੋਂਗ ਕੰਪਨੀ ਹੋ ਗਈ ਸੀਗੀ। ਕਿਉਂਕਿ ਜਿਹੜੇ ਆਪਣੇ ਮੁਗਲ ਸ਼ਾਸਕ ਸੀ ਉਸ ਤਾਂ ਵਿਚਾਰੇ ਮਤਲਬ ਢਹਿੰਦੇ ਗਏ ਔਰੰਗਜ਼ੇਬ ਤੋਂ ਬਾਅਦ। ਠੀਕ ਹੈ ਜੀ, ਤਾਂ ਇਹਨਾਂ ਨੇ ਅੱਗੇ ਰੂਲ ਕਰਨ ਦਾ ਸੋਚਿਆ ਇਸ ਢੰਗ ਦੇ ਨਾਲ। ਜਿੰਨੇ ਵੀ ਮਤਲਬ ਟ੍ਰੇਡਰਸ ਆਏ ਸੀ ਉਹਨਾਂ ਦਾ ਇਹੀ ਸੀਗਾ ਵੀ ਅਸੀਂ ਇੱਥੇ ਟ੍ਰੇਡ ਕਰਨ ਆਏ ਹਾਂ, ਨਾ ਕਿ ਇੱਥੇ ਰਾਜ ਕਰਨ ਆਏ ਹਾਂ। ਠੀਕ ਹੈ, ਅਤੇ ਬਾਅਦ ਦੇ ਵਿੱਚ ਜਿਵੇਂ ਜਿਵੇਂ ਇਹਨਾਂ ਦੀ ਪਾਵਰ ਵੱਧਦੀ ਗਈ ਇਹਨਾਂ ਨੂੰ ਲੱਗਦਾ ਵੀ ਇੱਥੇ ਕੋਈ ਹੋਰ ਰੂਲਰ ਹੈ ਨਹੀਂ ਗਾ ਰੂਲ ਕਰਨ ਵਾਲਾ। ਇਹਨਾਂ ਕੋਲ ਆਧੁਨਿਕ ਸ਼ਕਤੀਆਂ ਸੀਗੀਆਂ, ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਆਪਣੇ ਨਾਲੋਂ ਅੱਗੇ ਸੀਗੇ। ਤਾਂ ਮਤਲਬ ਇਹਨਾਂ ਨੇ ਰੂਲ ਕਰਨਾ ਸਟਾਰਟ ਕਰਤਾ। ਆਪਣੇ ਰੂਲ ਕਿੱਥੋਂ ਸਟਾਰਟ ਹੋਇਆ ਇਹਨਾਂ ਦਾ ਮੇਨ ਆਪਾਂ ਜੇ ਵੇਖੀਏ ਤਾਂ ਬੈਟਲ ਆਫ ਪਲਾਸੀ ਤੋਂ ਹੋਇਆ, ਫਿਰ ਬੈਟਲ ਆਫ ਵਾਂਡੀਵਾਸ਼, ਫਿਰ ਹੋਇਆ ਬੈਟਲ ਆਫ ਬਕਸਰ। ਇਹ 3 ਬੈਟਲ ਹਿਸਟਰੀ ਦੇ ਵਿੱਚ ਡਿਸੈਸਿਵ ਬੈਟਲਸ ਹੈਗੀਆਂ, ਜਿਸ ਤੋਂ ਬਾਅਦ ਇਹਨਾਂ ਦਾ ਮੇਜਰ ਕੰਸੋਲੀਡੇਸ਼ਨ ਹੋਈ ਇਹਨਾਂ ਦੇ ਰੂਲ ਦੀ। ਸੋ ਇਹ ਸਭ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਸੋ ਇਹਨਾਂ ਨਾਲ ਆਪਾਂ ਕਨੈਕਟ ਕਰਦੇ ਜਾਣਾ। ਜਦੋਂ ਆਪਾਂ ਕੋਈ ਚੀਜ਼ ਪੜ੍ਹਦੇ ਹਾਂ ਆਪਾਂ ਬੈਕਗਰਾਊਂਡ ਵੀ ਪੜ੍ਹਾਂਗੇ, ਉਹਦਾ ਮਤਲਬ ਪਿਛੋਕੜ ਵੀ ਪੜ੍ਹਾਂਗੇ, ਅਤੇ ਉਹਦੇ ਆਪਣੇ ਹਿਸਟੋਰੀਕਲ ਰੈਲੇਵੈਂਸ ਕੀ ਹੈਗੀ ਉਹ ਵੀ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ। ਆਪਾਂ ਨਿਰਾ ਰੱਟਾ ਨਹੀਂ ਮਾਰੀ ਜਾਣਾ। ਠੀਕ ਹੈ, ਅਤੇ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਇਨ ਦਾ ਈਅਰ 1613 ਵੇਅਰ ਵਾਜ਼ ਦਾ ਇੰਗਲਿਸ਼ ਈਸਟ ਇੰਡੀਆ ਕੰਪਨੀ ਗਿਵਨ ਪਰਮਿਸ਼ਨ ਟੂ ਸੈਟ ਅਪ ਏ ਫੈਕਟਰੀ ਟ੍ਰੇਡਿੰਗ ਪੋਸਟ। ਸੋ 1613 ਦੇ ਵਿੱਚ ਕਿੱਥੇ ਇਸਟੈਬਲਿਸ਼ ਕਰਨ ਦੀ ਪਰਮਿਸ਼ਨ ਦਿੱਤੀ ਗਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਸੂਰਤ ਦੇ ਵਿੱਚ ਪਰਮਿਸ਼ਨ ਦਿੱਤੀ ਗਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਆਪਣੀ ਫੈਕਟਰੀ ਇਸਟੈਬਲਿਸ਼ ਕਰਨ ਦੀ। ਇਹ ਕਿਹਨੇ ਦੀ ਪਰਮਿਸ਼ਨ ਦਿੱਤੀ ਸੀ? ਕਿ ਜਹਾਂਗੀਰ ਨੇ ਪਰਮਿਸ਼ਨ ਦਿੱਤੀ ਸੀ, ਹਾਂ ਵੀ ਤੂੰ ਸੂਰਤ ਦੇ ਵਿੱਚ ਆਪਣੀ ਫੈਕਟਰੀ ਇਸਟੈਬਲਿਸ਼ ਕਰ ਲੈ। ਅਤੇ ਜੇ ਆਪਾਂ ਗੱਲ ਕਰੀਏ ਦੀ ਫਰੈਂਚ ਦੀ ਸਭ ਤੋਂ ਪਹਿਲੀ ਸੈਟਲਮੈਂਟ ਕਿਹੜੀ ਸੀ? ਉਹਨਾਂ ਦੀ ਸਭ ਤੋਂ ਪਹਿਲੀ ਸੈਟਲਮੈਂਟ ਸੀਗੀ ਸੂਰਤ। ਠੀਕ ਹੈ, ਅੰਗਰੇਜ਼ਾਂ ਦੀ ਸਭ ਤੋਂ ਪਹਿਲੀ ਸੈਟਲਮੈਂਟ ਕਿਹੜੀ ਸੀ? ਕਿ ਮਸੌਲੀਪਟਨਮ। ਠੀਕ ਹੈ, ਬੋਂਬੇ ਵਾਜ਼ ਟੇਕਨ ਓਵਰ ਬਾਏ ਦਾ ਇੰਗਲਿਸ਼ ਈਸਟ ਇੰਡੀਆ ਕੰਪਨੀ ਫਰੋਮ। ਬੋਂਬੇ ਪਹਿਲਾਂ ਇਹਨਾਂ ਦਾ ਪਾਰਟ ਨਹੀਂ ਹੁੰਦਾ ਸੀਗਾ, ਬਾਅਦ ਦੇ ਵਿੱਚ ਇਹਨਾਂ ਨੇ ਐਕਵਾਇਰ ਕੀਤਾ ਬੋਂਬੇ। ਤਾਂ ਇਹਨਾਂ ਨੇ ਬੋਂਬੇ ਕਿਹਨਾਂ ਕੋਲੋਂ ਲਿਆ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ ਪੋਰਚੁਗੀਜ਼ ਕੋਲੋਂ ਇਹਨਾਂ ਨੇ ਬੋਂਬੇ ਲਿਆ। ਠੀਕ ਹੈ, ਪੋਰਚੁਗੀਜ਼ ਕੋਲੋਂ ਇਹਨਾਂ ਨੂੰ ਦਹੇਜ ਦੇ ਵਿੱਚ ਬੋਂਬੇ ਮਿਲਿਆ ਸੀਗਾ, ਕਿਉਂਕਿ ਜਿਹੜੇ ਉਹਨਾਂ ਦੇ ਰਾਜੇ ਸੀਗੇ ਇੰਗਲੈਂਡ ਦੇ ਰਾਜੇ ਸੀਗੇ ਉਹਨਾਂ ਦਾ ਵਿਆਹ ਹੋਇਆ ਸੀਗਾ ਪੋਰਚੁਗੀਜ਼ ਦੀ ਕੁੜੀ ਦੇ ਨਾਲ, ਤਾਂ ਉਹਨਾਂ ਨੂੰ ਡਾਊਰੀ ਦੇ ਵਿੱਚ ਮਿਲਿਆ ਸੀਗਾ ਬੋਂਬੇ। ਠੀਕ ਹੈ,
ਤੇ ਬੰਬੇ ਕਿਹਨਾਂ ਕੋਲੋਂ ਮਿਲਿਆ ਸੀਗਾ? ਪੋਰਚੁਗੀਜ਼ ਕੋਲੋਂ ਮਿਲਿਆ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਤੇ ਗੋਆ ਪੋਰਚੁਗੀਜ਼ ਨੇ ਕਦੋਂ ਅਕਵਾਇਰ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਗੋਆ ਅਕਵਾਇਰ ਕੀਤਾ ਸੀਗਾ 1510 ਈਸਵੀ ਦੇ ਵਿੱਚ। ਬਹੁਤ ਹੀ ਇੰਪੋਰਟੈਂਟ ਚੀਜ਼ਾਂ ਆਪਾਂ ਪੜ੍ਹ ਰਹੇ ਹਾਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਰੈਲੇਵੈਂਟ ਹੈਗੀਆਂ, ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਜਿਨ੍ਹਾਂ ਨੇ ਕੱਲ੍ਹ ਦਾ ਲੈਕਚਰ ਨਹੀਂ ਵੇਖਿਆ ਜਾ ਕੇ ਜ਼ਰੂਰ ਵੇਖੋ, ਬਹੁਤ ਹੀ ਐਕਸਟ੍ਰੀਮਲੀ ਇੰਪੋਰਟੈਂਟ ਲੈਕਚਰ ਹੈਗਾ। ਤੁਹਾਡੇ ਜਿਹੜੇ ਫਰਦਰ ਆਉਣ ਵਾਲੇ ਲੈਕਚਰ ਹੈਗੇ ਉਹਨਾਂ ਦੇ ਨਾਲ ਪਿਛਲਾ ਜਿਹੜੇ ਲੈਕਚਰ ਆਪਾਂ ਕੀਤੇ ਸਾਰੇ ਦੇ ਸਾਰੇ ਕਨੈਕਟਡ ਹੈਗੇ ਆ। ਸੋ ਲਾਸਟ ਲੈਕਚਰ ਜਾ ਕੇ ਜ਼ਰੂਰ ਵੇਖੋ ਤੁਸੀਂ। ਸੋ ਕੁਝ ਚੀਜ਼ਾਂ ਮੈਂ ਕੱਲ੍ਹ ਦੱਸੀਆਂ ਜੋ ਅੱਜ ਦੇ ਲੈਕਚਰ ਨਾਲ ਰਿਲੇਟ ਹੋ ਪਾ ਰਹੀਆਂ, ਤੁਹਾਨੂੰ ਸਮਝ ਨਹੀਂ ਆ ਰਹੀਆਂ ਹੋਣਗੀਆਂ, ਤਾਂ ਕੱਲ੍ਹ ਦਾ ਜਿਹੜਾ ਲੈਕਚਰ ਹੈਗਾ ਜਾ ਕੇ ਜ਼ਰੂਰ ਵੇਖੋ ਤੁਸੀਂ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਦ ਮੋਸਟ ਡਿਸੈਸਿਵ ਬੈਟਲ ਦੈਟ ਲੈਡ ਟੂ ਦ ਐਸਟੈਬਲਿਸ਼ਮੈਂਟ ਆਫ ਦ ਸੁਪਰਮੇਸੀ ਆਫ ਦ ਬ੍ਰਿਟਿਸ਼ ਇਨ ਇੰਡੀਆ। ਸੋ ਇਹ ਤਾਂ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜੀ ਬੈਟਲ ਆਫ ਬਕਸਰ ਸੀਗੀ ਬਹੁਤ ਹੀ ਡਿਸੈਸਿਵ ਬੈਟਲ ਹੈ ਆਪਣੀ ਹਿਸਟਰੀ ਦੇ ਵਿੱਚ, ਜਿਹੜੀ ਕਿ 1764 ਈਸਵੀ ਦੇ ਵਿੱਚ ਹੋਈ ਸੀਗੀ। ਤਾਂ ਉਹਦਾ ਆਪਣਾ ਆਨਸਰ ਕੀ ਆ ਜਾਊਗਾ? ਬੈਟਲ ਆਫ ਬਕਸਰ, ਜਿਹੜੀ ਕਿ 1764 ਈਸਵੀ ਦੇ ਵਿੱਚ ਹੋਈ ਸੀ। ਇੱਥੇ ਤੁਸੀਂ ਜਦੋਂ ਤੁਹਾਨੂੰ ਨੋਟਸ ਮਿਲਣਗੇ, ਜਦੋਂ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰੋਗੇ ਤਾਂ ਤੁਹਾਨੂੰ ਨੋਟਸ ਮਿਲਣਗੇ, ਤੁਸੀਂ ਨਾਲ ਰੈੱਡ ਪੈਨ ਦੇ ਨਾਲ ਲਿਖ ਸਕਦੇ ਹੋ ਵੀ ਬੈਟਲ ਆਫ ਬਕਸਰ ਤੋਂ ਬਾਅਦ ਜਿਹੜੀ ਸੁਪਰਮੇਸੀ ਬਣ ਗਈ ਸੀਗੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੰਡੀਆ ਦੇ ਵਿੱਚ, ਠੀਕ ਹੈ। ਅਤੇ ਉਹਨਾਂ ਨੂੰ ਦੀਵਾਨੇ ਰਾਈਟਸ ਵੀ ਮਿਲ ਗਏ ਸੀ। ਉਹਨਾਂ ਨੇ ਕਿਹੜਾ ਦੀਵਾਨ ਅਪੋਇੰਟ ਕੀਤਾ ਸੀਗਾ? ਅਬਦੁਲ ਰਜ਼ਾ ਖਾਨ, ਜਿਵੇਂ ਕਿ ਆਪਾਂ ਕੱਲ੍ਹ ਪੜ੍ਹਿਆ ਸੀਗਾ। ਸੋ ਇਸੇ ਲਈ ਕਹਿ ਰਹੇ ਹਾਂ ਕੱਲ੍ਹ ਦਾ ਲੈਕਚਰ ਜਾ ਕੇ ਜ਼ਰੂਰ ਵੇਖੋ, ਐਕਸਟ੍ਰੀਮਲੀ ਇੰਪੋਰਟੈਂਟ ਲੈਕਚਰ ਹੈਗਾ ਕੱਲ੍ਹ ਦਾ। ਹੂ ਵਾਜ਼ ਦ ਰੂਲਰ ਆਫ ਦਿੱਲੀ ਐਟ ਦ ਟਾਈਮ ਆਫ ਬੈਟਲ ਆਫ ਬਕਸਰ। ਹੁਣ ਦਿੱਲੀ ਦਾ ਰਾਜਾ ਕੌਣ ਸੀਗਾ ਜਦੋਂ ਬੈਟਲ ਆਫ ਬਕਸਰ ਹੋਈ ਸੀਗੀ? ਤਾਂ ਆਪਣਾ ਆਨਸਰ ਆ ਜਾਊਗਾ 1764 ਈਸਵੀ ਦੇ ਵਿੱਚ ਸ਼ਾਹ ਆਲਮ II ਦਿੱਲੀ ਦਾ ਰਾਜਾ ਸੀਗਾ ਜਦੋਂ ਬੈਟਲ ਆਫ ਬਕਸਰ ਪਰਫੋਰਮ ਕੀਤੀ ਗਈ ਸੀ, ਜਾਂ ਕਹਿ ਸਕਦੇ ਬੈਟਲ ਆਫ ਬਕਸਰ ਹੋਈ ਸੀਗੀ। ਬਹੁਤ ਹੀ ਇੰਪੋਰਟੈਂਟ ਇੰਸੀਡੈਂਟ ਹੈਗਾ ਸੀਗਾ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਬੈਟਲ ਆਫ ਬਕਸਰ ਹੋਈ ਸੀਗੀ ਉਹ ਕਿਹਨਾਂ ਵਿਚਕਾਰ ਹੋਈ ਸੀਗੀ, ਠੀਕ ਹੈ। ਸੋ ਇਹ ਹੋਈ ਸੀਗੀ ਮੀਰ ਜ਼ਫਰ ਮੀਰ ਜ਼ਫਰ ਦੇ ਨਾਲ ਕੌਣ ਸੀਗਾ? ਮੀਰ ਜ਼ਫਰ ਦੇ ਨਾਲ ਸ਼ਾਹ ਆਲਮ II ਵੀ ਸੀਗਾ ਅਤੇ ਨਵਾਬ ਆਫ ਅਵਧ ਸੀਗਾ। ਤਾਂ ਇਹਨਾਂ ਦੀ ਬੈਟਲ ਹੋਈ ਸੀਗੀ ਅੰਗਰੇਜ਼ਾਂ ਦੇ ਨਾਲ, ਠੀਕ ਹੈ। ਅਤੇ ਅੰਗਰੇਜ਼ ਇਹਦੇ ਵਿੱਚ ਜਿੱਤੇ ਸੀਗੇ ਅਤੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਹਰਾਇਆ ਸੀਗਾ ਇਹਨਾਂ ਨੂੰ ਬੈਟਲ ਆਫ ਬਕਸਰ ਦੇ ਵਿੱਚ। ਅਤੇ ਬੈਟਲ ਆਫ ਬਕਸਰ ਤੋਂ ਹੀ ਆਪਾਂ ਨੂੰ ਸਹੀ ਪਤਾ ਲੱਗਦਾ ਵੀ ਅੰਗਰੇਜ਼ਾਂ ਨੇ ਸਹੀ ਜਿੱਤ ਪ੍ਰਾਪਤ ਕੀਤੀ ਹੈ। ਜੇ ਬੈਟਲ ਆਫ ਪਲਾਸੀ ਦੀ ਗੱਲ ਕਰੀਏ, ਜੇ ਆਪਾਂ ਬੈਟਲ ਆਫ ਪਲਾਸੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੁੰਦਾ, ਉਹਨਾਂ ਨੇ ਮਤਲਬ ਇੱਕ ਤਰ੍ਹਾਂ ਧੋਖਾ ਦੇ ਕੇ ਜਿੱਤੇ ਸੀਗੇ। ਉਹਨਾਂ ਦੀ ਜਿਹੜੀ ਪਾਵਰ ਹੈ ਉਹ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੀ ਸੀਗੀ ਬ੍ਰਿਟੇਨ ਦੀ, ਠੀਕ ਹੈ। ਅਤੇ ਉਹ ਇੱਕ ਤਰ੍ਹਾਂ ਦਾ ਧੋਖਾ ਦੇ ਕੇ ਜਿੱਤੇ ਸੀਗੇ। ਉਹਨਾਂ ਨੂੰ ਲੱਗਦਾ ਨਹੀਂ ਸੀ ਵੀ ਅੱਗੇ ਮਤਲਬ ਪਾਵਰਸ ਕੋਈ ਡਰੀਆਂ ਨਹੀਂ ਸੀਗੀਆਂ ਇੰਡੀਅਨਸ ਦੀਆਂ, ਵੀ ਉਹਨਾਂ ਨੂੰ ਲੱਗਦਾ ਵੀ ਧੋਖੇਬਾਜ਼ ਹੈਗੇ ਆ, ਕੋਈ ਗੱਲ ਨਹੀਂ ਸਾਂਭ ਲਾਂਗੇ। ਜਦੋਂ ਉਹਨਾਂ ਨੇ ਬੈਟਲ ਆਫ ਬਕਸਰ ਜਿੱਤੀ, ਆਪਣੀ ਪਾਵਰ 'ਤੇ ਆਪਣੇ ਦਮ 'ਤੇ ਜਿੱਤੀ ਆ ਕੇ ਬੈਟਲ, ਕੋਈ ਧੋਖਾਧੜੀ ਨਹੀਂ ਕੀਤੀ ਗਈ, ਤਾਂ ਉੱਥੇ ਕੀ ਹੋ ਜਾਂਦਾ, ਉੱਥੇ ਸਾਰਿਆਂ ਨੂੰ ਲੱਗਦਾ ਵੀ ਹਾਂ ਵੀ ਕੋਈ ਚੀਜ਼ ਹੈਗੀ ਆ ਬ੍ਰਿਟੇਨ, ਇੱਦਾਂ ਦੀ ਗੱਲ ਨਹੀਂ ਹੈਗੀ, ਠੀਕ ਹੈ ਜੀ। ਬੈਟਲ ਆਫ ਬਕਸਰ ਹੋਈ ਸੀ 1764 ਈਸਵੀ ਦੇ ਵਿੱਚ, ਅਤੇ ਬੈਟਲ ਆਫ ਬਕਸਰ ਹੋਈ ਕਿਹਦੇ ਨਾਲ ਸੀਗੀ? ਅੰਗਰੇਜ਼ਾਂ ਅਤੇ ਮੀਰ ਜ਼ਫਰ ਅਤੇ ਅੰਗਰੇਜ਼ਾਂ ਦੇ ਨਾਲ, ਠੀਕ ਹੈ ਜੀ। ਮੀਰ ਜ਼ਫਰ ਦੀ ਬੈਟਲ ਹੋਈ ਸੀ ਅੰਗਰੇਜ਼ਾਂ ਦੇ ਨਾਲ, ਬਹੁਤ ਹੀ ਇੰਪੋਰਟੈਂਟ ਹੈਗਾ। ਅਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਹਦੇ ਰਿਲੇਟਿਡ ਕੱਲ੍ਹ ਵੀ ਪੜ੍ਹੀਆਂ ਸੀਗੀਆਂ। ਬਾਕੀ ਦਾ ਜਿਹੜਾ ਲੈਕਚਰ ਹੈਗਾ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। ਬਾਕੀ ਸਾਡੀ ਐਪ ਹੈਗੀ ਹੈ CBC ਐਗਜ਼ਾਮ ਗੁਰੂ ਐਪ ਹੈਗੀ, ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਸਾਡੇ ਜਿਹੜੇ ਕੋਰਸਿਸ ਹੈ ਜੁਆਇਨ ਕਰ ਸਕਦੇ ਹੋ। ਥੈਂਕ ਯੂ ਸੋ ਮਚ।